Yes, ma'am, you can start. Recording has started. Thank you, beta. So, hello, my dear masters and my dear friends. ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। I hope ਅਸੀਂ ਕੱਲ ਜਿਹੜਾ ਕਹਿੰਦੇ ਨੇ ਨਾ ਕਿ ਸਿਗਨਲ ਅਸੀਂ ਲੈਣਾ ਸੀਗਾ ਸੇਫਗਾਰਡ ਜਿਹੜਾ ਸਾਨੂੰ ਕੱਲ ਮਿਲਿਆ ਸੀ ਉਹ ਸਾਨੂੰ ਸਮਝ ਆ ਗਿਆ ਹੋਏਗਾ। ਅੱਜ ਦੇ ਚੈਪਟਰ ਦੇ ਵਿੱਚ ਜਿਹੜਾ ਹੈ ਇਸ ਹਫਤੇ ਸਾਨੂੰ ਇੱਕ ਦੂਸਰਾ ਸੇਫਗਾਰਡ ਵੀ ਮਿਲਣ ਵਾਲਾ ਹੈ। ਇਹ ਜਿਹੜਾ ਸੇਫਗਾਰਡ ਜਿਹੜਾ ਅਸੀਂ ਅੱਜ ਸਿੱਖਣ ਵਾਲੇ ਹਾਂ ਇਹ ਸੇਫਗਾਰਡ ਸਾਨੂੰ ਸਾਡੇ ਹਾਇਰ ਸੈਲਫ ਤੋਂ ਮਿਲੇਗਾ ਔਰ ਇੱਕ ਸਿਗਨਲ ਦੇ ਵਿੱਚ ਮਿਲੇਗਾ, ਐਸਾ ਸਿਗਨਲ ਜਿਹਨੂੰ ਕਿ ਅਸੀਂ ਪਹਿਚਾਨ ਸਕਾਂਗੇ। ਇਹ ਸਿਗਨਲ ਸਾਨੂੰ ਕਦੋਂ ਮਿਲੇਗਾ? ਜਦੋਂ ਅਸੀਂ ਜਿਹੜਾ ਅਸੀਂ 10 ਮਿੰਟ ਦਾ ਟਾਈਮ ਕੱਢਿਆ ਨਾ ਆਪਣੇ ਲਈ, ਆਪਣੇ ਡੇਲੀ ਰੂਟੀਨ ਚੋਂ ਜਿਹੜਾ ਅਸੀਂ ਖੁਦ ਨੂੰ ਦੇਣਾ ਹੈ ਕੁਆਇਟ ਪੀਰੀਅਡ, ਜਦੋਂ ਅਸੀਂ ਸ਼ਾਂਤੀ ਦੇ ਨਾਲ ਬੈਠਣਾ, ਇਹ ਸਾਨੂੰ ਉਦੋਂ ਮਿਲਣ ਵਾਲਾ ਹੈ। ਇਹ ਸਿਗਨਲ ਸਾਡੇ ਲਈ ਸੇਫਗਾਰਡ ਦਾ ਕੰਮ ਕਰੇਗਾ। ਕਿਉਂ? ਕਿਉਂਕਿ ਇਹਦੇ ਨਾਲ ਸਾਨੂੰ ਇਹ ਪੱਕਾ ਯਕੀਨ ਹੋ ਜਾਏਗਾ ਕਿ ਜਿਹੜੀ ਸਾਡੀ ਗੱਲਬਾਤ ਚੱਲ ਰਹੀ ਹੈ ਉਹ ਸਾਡੇ ਹਾਇਰ ਸੈਲਫ ਦੇ ਨਾਲ ਹੀ ਚੱਲ ਰਹੀ ਹੈ, ਗੁਰਮੁਖ ਦੇ ਨਾਲ ਹੀ ਚੱਲ ਰਹੀ ਹੈ, ਮਨਮੁਖ ਦੇ ਨਾਲ ਅਸੀਂ ਲੋਕ ਗੱਲਬਾਤ ਨਹੀਂ ਕਰ ਰਹੇ। ਠੀਕ ਹੈ। ਜਦੋਂ ਅਸੀਂ ਆਪਣਾ ਔਰਾ ਕਲੀਅਰ ਕਰ ਲਿਆ ਉਹ 6 ਲਾਈਨਾਂ ਬੋਲ ਕੇ ਜਿਹੜੀਆਂ ਅਸੀਂ ਕੱਲ ਪ੍ਰੈਕਟਿਸ ਕੀਤੀਆਂ ਸੀ, ਉਸ ਤੋਂ ਬਾਅਦ ਅਸੀਂ ਸੈਟਲ ਡਾਊਨ ਹੋ ਜਾਵਾਂਗੇ ਅੱਖ ਬੰਦ ਕਰਕੇ ਆਪਣੇ ਆਪ ਦੇ ਨਾਲ, ਔਰ ਆਪਣੇ ਹਿਰਦੇ ਦੇ ਵਿੱਚ ਸਥਾਪਿਤ ਹੋਣ ਤੋਂ ਬਾਅਦ ਉਸ ਲਵ એનર્ਜੀ ਨੂੰ ਆਪਣੇ ਹਿਰਦੇ 'ਚ ਫੀਲ ਕਰਾਂਗੇ। ਫੀਲ ਕਰਨ ਤੋਂ ਬਾਅਦ ਅਸੀਂ ਜਸਟ ਸੋਚਣਾ ਹੈ, ਇਮੇਜਿਨ ਕਰਨਾ ਹੈ ਔਰ ਕੀ ਸੋਚਣਾ ਹੈ ਕਿ ਮਾਈ ਡੀਅਰ ਹਾਈ ਸੈਲਫ, ਜਿਹੜਾ ਕਿ ਉਹਦਾ ਨਾਮ ਸਾਨੂੰ ਮਿਲ ਚੁੱਕਾ ਹੈ, ਉਹਦਾ ਨਾਮ ਲੈ ਕੇ ਪਲੀਜ਼ ਗਿਵ ਮੀ ਯੋਰ ਸਿਗਨਲ ਨਾਓ, ਮੈਨੂੰ ਹੁਣ ਤੁਸੀਂ ਆਪਣਾ ਸਿਗਨਲ ਦਿਓ, ਇਹ ਅਸੀਂ ਉਹਨੂੰ ਕਹਿਣਾ ਹੈ। ਔਰ ਫਿਰ ਕੁਝ क्षण ਵੇਟ ਕਰਨੀ ਹੈ ਕਿ ਉਹ ਸਿਗਨਲ ਸਾਨੂੰ ਮਿਲਦਾ ਹੈ। ਵੇਟ ਕਰਨ ਤੋਂ ਬਾਅਦ ਅਸੀਂ ਹੁਣ ਦੇਖਾਂਗੇ ਉਹ ਜਿਹੜਾ ਸਿਗਨਲ ਸਾਨੂੰ ਆ ਰਿਹਾ ਹੈ ਉਹ ਸਿਗਨਲ ਬਿਲਕੁਲ ਕਲੀਅਰ ਹੋਏਗਾ ਸਾਡੇ ਵਾਸਤੇ। ਉਹ ਸਾਡੀ ਬਾਡੀ ਦੀ ਕੋਈ ਵੀ ਮੂਵਮੈਂਟ ਹੋ ਸਕਦੀ ਹੈ, ਹੋ ਸਕਦਾ ਸਾਡੇ ਹੈਡ ਦੇ ਉੱਤੇ ਕੋਈ ਮੂਵਮੈਂਟ ਹੋਏ, ਸਾਡੇ ਹੱਥਾਂ ਦੇ ਵਿੱਚ, ਸਾਡੀ ਉਂਗਲੀਆਂ ਦੇ ਵਿੱਚ, ਸਾਡੇ ਅਪਰ ਪਾਰਟ ਦੇ ਵਿੱਚ, ਸਾਡੇ ਲੱਤਾਂ ਦੇ ਵਿੱਚ, ਪੈਰਾਂ ਦੇ ਵਿੱਚ, ਪੈਰਾਂ ਦੀਆਂ ਉਂਗਲੀਆਂ ਦੇ ਵਿੱਚ, ਮਤਲਬ ਬਾਡੀ ਦੇ ਕਿਸੇ ਵੀ ਅੰਗ ਦੇ ਉੱਤੇ ਸਾਨੂੰ ਉਹ ਕਿਸੇ ਕਿਸਮ ਦਾ ਵੀ ਇੱਕ ਮੂਵਮੈਂਟ ਸਾਨੂੰ ਦਿਖਾਈ ਦੇਗੀ। ਇਸ ਲਈ ਜਦੋਂ ਅਸੀਂ ਇਹ ਸਿਗਨਲ ਦੀ ਡਿਮਾਂਡ ਕਰਨੀ ਹੈ ਤੇ ਅਸੀਂ ਆਪਣੇ ਆਪ ਨੂੰ ਕੋਸ਼ਿਸ਼ ਕਰੀਏ ਕਿ ਅਸੀਂ ਸਿੱਧੇ ਬੈਠੀਏ ਆਰਾਮ ਦੇ ਨਾਲ, ਬਾਡੀ ਬਿਲਕੁਲ ਰਿਲੈਕਸ ਹੋਏ, ਬਾਡੀ ਇੱਕਦਮ ਸਟ੍ਰੇਟ ਬੈਠੀ ਹੋਏ ਤਾਂ ਕਿ ਮੂਵਮੈਂਟ ਜਿਹੜੀ ਵੀ ਸਾਡੀ ਬਾਡੀ 'ਚ ਹੋ ਰਹੀ ਹੈ ਸਾਨੂੰ ਤੁਰੰਤ ਪਕੜ ਦੇ ਵਿੱਚ ਆ ਜਾਏ। ਔਰ ਇਹ ਉਹ ਮੂਵਮੈਂਟ ਵੀ ਹੋ ਸਕਦੀ ਸਾਡੀ ਬਾਡੀ ਦੀ ਜਿਸ ਦੇ ਨਾਲ ਅਸੀਂ ਯੂਜ਼ਡ ਟੂ ਹੁੰਦੇ ਹਾਂ। ਕਈ ਵਾਰੀ ਹੁੰਦਾ ਨਾ ਕਿ ਸਾਨੂੰ ਚੁਟਕੀ ਵਧਾਉਣ ਦੀ ਆਦਤ ਹੁੰਦੀ ਹੈ, ਨਾਰਮਲ, ਕਿਸੇ ਦੀ ਖਾਰਿਸ਼ ਕਰਨ ਦੀ ਆਦਤ ਹੁੰਦੀ ਹੈ, ਕਿਸੇ ਦੀ ਵਾਲ ਨੂੰ ਪਕੜਨ ਦੀ ਆਦਤ ਹੁੰਦੀ ਹੈ, ਕਿਸੇ ਨੂੰ ਆਪਣੀਆਂ ਉਂਗਲੀਆਂ ਨੂੰ ਹੱਥ ਕਿਸ ਤਰ੍ਹਾਂ ਕਰਨ ਦੀ ਆਦਤ, ਹਰ ਇੱਕ ਦੀ ਕੁਛ ਨਾ ਕੁਛ ਆਪਣੀ ਹੁੰਦੀ ਹੈ ਮੂਵਮੈਂਟ। ਹੋ ਸਕਦਾ ਸਾਡੀ ਕੋਈ ਇਹੋ ਜਿਹੀ ਮੂਵਮੈਂਟ ਵੀ ਹੋਏ ਜਿਸ ਦੇ ਨਾਲ ਅਸੀਂ ਜਾਣੂ ਹੈਗੇ ਹਾਂ। ਔਰ ਜਾਂ ਇਸ ਤਰ੍ਹਾਂ ਵੀ ਹੋ ਸਕਦਾ ਕਿ ਸਿਰਫ ਸਾਡੀ ਅੱਖਾਂ ਦੀ, ਜਿੱਦਾਂ ਨਹੀਂ ਕਿ ਅੱਖਾਂ ਫੜਫੜਾ ਜਾਂਦੀਆਂ ਨੇ, ਪਲਕਾਂ ਨਾ ਚਪਕ ਜਾਂਦੀਆਂ ਨੇ, ਇਹ ਵੀ ਹੋ ਸਕਦਾ। ਇਹ ਕੋਈ ਸੈਂਸੇਸ਼ਨ ਵੀ ਹੋ ਸਕਦੀ ਸਾਡੀ ਬਾਡੀ ਦੇ ਕਿਸੇ ਵੀ ਪਾਰਟ ਦੇ ਉੱਤੇ, ਕੁਛ ਸੈਂਸੇਸ਼ਨ ਦੇ ਤੌਰ ਦੇ ਉੱਤੇ ਵੀ ਇਹ ਸਾਡੀ ਬਾਡੀ ਦੇ ਉੱਤੇ ਸਾਨੂੰ ਮਹਿਸੂਸ ਹੋ ਸਕਦੀ ਹੈ। ਔਰ ਇਹ ਵੀ ਹੋ ਸਕਦਾ ਹੈ ਕਿ ਸਾਨੂੰ ਕੋਈ ਵਿਜ਼ਨ, ਕੋਈ ਪਿਕਚਰ ਦਿਖਾਈ ਦੇ ਜਾਏ। ਇਹ ਵੀ ਹੋ ਸਕਦਾ ਕਿ ਸਾਨੂੰ ਕੁਝ ਸੁਣਾਈ ਦੇ ਜਾਏ, ਕੋਈ ਪ੍ਰਕਾਸ਼, ਕੋਈ ਲਾਈਟ ਦੇ ਤਰੀਕੇ 'ਚ ਸਾਨੂੰ ਦਿਖਾਈ ਦੇ ਜਾਏ। ਜਾਂ ਇਹ ਇਸ ਤਰ੍ਹਾਂ ਹੋ ਸਕਦਾ ਕਿ ਮੇਰਾ ਬਾਡੀ ਦਾ ਕਿਤੇ ਮੈਨੂੰ ਕੋਈ ਬੜੀ ਗਰਮ ਸੈਂਸੇਸ਼ਨ ਹੋ ਰਹੀ ਹੈ, ਜਾਂ ਕਿਤੇ ਕੋਈ ਅਚਾਨਕ ਮੇਰੀ ਬਾਡੀ ਦੇ ਕਿਸੇ ਪਾਰਟ ਤੇ ਮੈਨੂੰ ਠੰਡਕ ਮਹਿਸੂਸ ਹੋ ਰਹੀ ਹੈ, ਜਾਂ ਇਸ ਤਰ੍ਹਾਂ ਵੀ ਲੱਗ ਸਕਦਾ ਕਿ ਕੋਈ ਮੈਨੂੰ ਇਸ ਤਰ੍ਹਾਂ ਹਲਕਾ ਜਿਹਾ ਛੂ ਕੇ ਚਲਾ ਗਿਆ। ਔਰ ਇਹ ਮੈਨੂੰ ਯਾਦ ਹੈ ਕਿ ਕਾਫੀ ਲੋਕਾਂ ਨਾਲ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹੁੰਦੇ ਸੀ ਪਹਿਲੇ ਵੀ, ਨਾਰਮਲ ਰੂਟੀਨ ਦੇ ਵਿੱਚ ਵੀ, ਤੇ ਇਹ ਵਾਲੀ ਸੈਂਸੇਸ਼ਨ ਮੈਂ ਕਾਫੀ ਲੋਕਾਂ ਦੇ ਮੂੰਹ ਚੋਂ ਸੁਣੀ ਹੈ ਕਿ ਅਸੀਂ ਬੈਠੇ ਹੁੰਦੇ ਹਾਂ ਤਾਂ ਸਾਨੂੰ ਇੰਝ ਲੱਗਦਾ ਸਾਨੂੰ ਕੋਈ ਸਾਡੇ ਕਮਰੇ 'ਚ ਕੋਈ ਛੂ ਕੇ ਲੰਘ ਕੇ ਗਿਆ, ਯਾਨੀ ਹਲਕਾ ਜਿਹਾ ਫੈਦਰ ਟੱਚ ਜਿਹਨੂੰ ਕਹਿੰਦੇ ਆ, ਇਸ ਤਰ੍ਹਾਂ ਕੁਝ ਨਹੀਂ, ਫੈਦਰ ਟੱਚ। ਇਹ ਸਾਰੇ ਸਿਗਨਲਸ ਦੇ ਵਿੱਚੋਂ ਕੋਈ ਵੀ ਸਿਗਨਲ ਹੋ ਸਕਦਾ ਸਾਡੀ ਬਾਡੀ ਦੇ ਉੱਤੇ। ਲੇਕਿਨ ਦੋ ਚੀਜ਼ਾਂ ਬਿਲਕੁਲ ਪਰਫੈਕਟ ਪੱਕੀਆਂ ਹੋਣਗੀਆਂ। ਪਹਿਲੀ ਚੀਜ਼ ਤਾਂ ਇਹ ਕਿ ਇਹ ਜਿਹੜਾ ਸਿਗਨਲ ਹੋਏਗਾ ਇਹ ਹਮੇਸ਼ਾ ਪਲੇਜ਼ੈਂਟ ਹੋਏਗਾ, ਫੀਲ ਗੁੱਡ ਜਿਹਨੂੰ ਅਸੀਂ ਕਹਿੰਦੇ ਆ, ਇਹ ਪਲੇਜ਼ੈਂਟ ਹੋਣ ਵਾਲਾ ਹੈ, ਬਿਲਕੁਲ ਨਾਰਮਲ ਫੀਲ ਗੁੱਡ ਫੈਕਟਰ ਦੇ ਵਿੱਚ ਆਏਗਾ, ਜਿਸ ਤਰ੍ਹਾਂ ਅਸੀਂ ਉਹਨੂੰ ਕਹਿ ਦਾਂਗੇ। ਔਰ ਦੂਸਰਾ,
ਇਹ ਸਿਗਨਲ ਜਦੋਂ ਅਸੀਂ ਸਿਗਨਲ ਮੰਗਾਂਗੇ ਸਾਨੂੰ ਤੁਰੰਤ ਮਿਲੇਗਾ। ਕਲੀਅਰ ਹੈ ਕਿ ਇਹ ਸਿਗਨਲ ਦੇ ਵਿੱਚ ਸਾਨੂੰ ਜਿਹੜੇ ਵੀ ਸਿਗਨਲ ਮਿਲਣਗੇ ਆਪਣੇ ਹਾਇਰ ਸੋਲ ਤੋਂ, ਤੇ ਉਹ ਹਾਇਰ ਸੈਲਫ ਤੋਂ ਸੌਰੀ, ਜਿਹੜੇ ਵੀ ਸਿਗਨਲ ਮਿਲਣਗੇ ਉਹ ਸਿਗਨਲ ਅਲੱਗ-ਅਲੱਗ ਤਰੀਕੇ ਦੇ ਹੋ ਸਕਦੇ ਨੇ, ਲੇਕਿਨ ਦੋ ਚੀਜ਼ਾਂ ਬਿਲਕੁਲ ਕਾਮਨ ਹੋਣਗੀਆਂ। ਪਹਿਲੀ ਤਾਂ ਇਹ ਕਿ ਇਹ ਪਲੇਜ਼ੈਂਟ ਹੋਏਗਾ, ਬੜਾ ਖੁਸ਼ਨੁਮਾ ਹੋਏਗਾ, ਸਾਨੂੰ ਉਹਨੂੰ ਕਰਕੇ ਅੱਛਾ ਫੀਲ ਹੋਏਗਾ। ਔਰ ਦੂਸਰਾ, ਜਦੋਂ ਅਸੀਂ ਮੰਗਾਂਗੇ ਉਦੋਂ ਇਹ ਸਿਗਨਲ ਸਾਨੂੰ ਤੁਰੰਤ ਮਿਲ ਜਾਏਗਾ। ਹੁਣ ਇਹ ਜਿਹੜਾ ਸਿਗਨਲ ਹੈ ਇਹ ਸਾਡੇ ਲਈ ਬਹੁਤ 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 ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਇਹ ਸਾਡਾ ਸਿਗਨਲ ਸਾਨੂੰ ਇਹ ਦੱਸਣ ਵਾਸਤੇ ਹੈ ਕਿ ਅਸੀਂ ਇਸ ਟਾਈਮ ਆਪਣੇ ਹਾਇਰ ਸੈਲਫ ਦੇ ਨਾਲ ਕਨੈਕਟਡ ਹੈਗੇ ਆ। ਜਿਹੜਾ ਸਾਡਾ ਹਾਇਰ ਸੈਲਫ ਹੈ ਉਹਦੇ ਨਾਲ ਅਸੀਂ ਜੁੜੇ ਹੋਏ ਹੈਗੇ ਆ, ਔਰ ਅਸਲ ਦੇ ਵਿੱਚ ਅਸੀਂ ਆਪਣੇ ਹਾਇਰ ਸੈਲਫ ਦੇ ਨਾਲ ਕਮਿਊਨੀਕੇਟ ਕਰ ਰਹੇ ਹਾਂ, ਨਾ ਕਿ ਆਪਣੇ ਲੋਅਰ ਸੈਲਫ ਦੇ ਨਾਲ। ਕਿਉਂਕਿ ਲੋਅਰ ਸੈਲਫ ਵੀ ਅਸੀਂ ਕਿਹਾ ਸੀ ਨਾ, ਸਾਡੇ ਅੰਦਰ ਆ ਕੇ ਅਨਵਾਂਟਡ ਗੈਸਟ ਬਣ ਕੇ ਆ ਕੇ ਬੈਠ ਜਾਂਦਾ ਹੈ, ਅਸੀਂ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ। ਤਾਂ ਡਿਫਰੈਂਸ਼ੀਏਟ ਕਰਨ ਲਈ ਸਾਡੇ ਕੋਲ ਇਹ ਸਿਗਨਲ ਹੋਏਗਾ ਤਾਂ ਸਾਨੂੰ ਪੱਕੇ ਤੌਰ ਤੇ ਯਕੀਨ ਹੋਏਗਾ ਕਿ ਇਸ ਟਾਈਮ ਮੈਂ ਜਿਹੜੇ ਵੀ ਮੇਰੇ ਅੰਦਰ ਵਿਚਾਰ ਚੱਲ ਰਹੇ ਨੇ ਔਰ ਜਿਨ੍ਹਾਂ ਵਿਚਾਰਾਂ ਦੇ ਉੱਤੇ ਮੈਂ ਐਕਸ਼ਨ ਲੈਣਾ ਹੈ ਉਹ ਮੇਰੇ ਹਾਇਰ ਸੈਲਫ ਤੋਂ ਆ ਰਹੇ ਨੇ। ਹੁਣ ਅਸੀਂ ਕੀ ਕਰਨਾ, ਸਿਗਨਲ ਸਾਨੂੰ ਮਿਲ ਜਾਏਗਾ ਜਦੋਂ ਅਸੀਂ ਪ੍ਰੈਕਟਿਸ ਕਰਾਂਗੇ। ਤੇ ਹੁਣ ਜਿਹੜਾ ਸਾਡਾ ਇਸ ਹਫਤੇ ਦਾ ਜਿਹੜਾ ਅਸੀਂ ਕੁਝ ਸਮਾਂ ਹੈ ਇਹ ਅਸੀਂ ਕੀ ਕਰਨ ਵਾਲੇ ਹਾਂ, ਡਿਸਕਵਰੀ ਦੇ ਵਿੱਚ ਲਗਾਣਾ, ਇਹਨੂੰ ਅਸੀਂ ਖੋਜ ਕਰਨ ਦੇ ਵਿੱਚ ਲਗਾਣਾ ਕਿ ਸਾਡਾ ਸਿਗਨਲ ਕੀ ਹੈ। 10 ਮਿੰਟ ਅਸੀਂ ਐਟਲੀਸਟ ਜਦੋਂ ਆਪਣੇ ਆਪ ਨੂੰ ਸਾਡਾ ਜਿਹੜਾ ਸਾਇਲੈਂਟ ਟਾਈਮ ਹੈ ਜਾਂ ਮੌਨ ਦਾ ਟਾਈਮ ਹੈ, ਜਦੋਂ ਅਸੀਂ ਆਪਣੇ ਆਪ ਦੇ ਨਾਲ ਬੈਠਾਂਗੇ ਤੇ ਅਸੀਂ ਕੀ ਕਰਨ ਵਾਲੇ ਹਾਂ, ਅੱਖ ਬੰਦ ਕਰਕੇ ਜਦੋਂ ਅਸੀਂ ਬੈਠਾਂਗੇ ਔਰ ਉਹ 6 ਲਾਈਨਾਂ ਬੋਲਣ ਤੋਂ ਬਾਅਦ ਅੱਖ ਬੰਦ ਕਰਕੇ ਬੈਠਾਂਗੇ ਔਰ ਫਿਰ ਅਸੀਂ ਆਪਣੇ ਹਾਇਰ ਸੈਲਫ ਨੂੰ ਕਹਾਂਗੇ ਕਿ ਵੀ ਮੈਨੂੰ ਹੁਣ ਤੂੰ ਸਿਗਨਲ ਦੇ। ਔਰ ਇਸ ਤੋਂ ਬਾਅਦ ਅਸੀਂ ਕੁਝ ਸਮ ਬੈਠਾਂਗੇ ਔਰ ਸਿਗਨਲ ਦੀ ਵੇਟ ਕਰਾਂਗੇ ਔਰ ਸਿਗਨਲ ਸਾਨੂੰ ਜਦੋਂ ਮਿਲ ਜਾਏਗਾ। ਇਹ ਅਸੀਂ ਡੇਲੀ ਪ੍ਰੈਕਟਿਸ ਕਰਨੀ ਹੈ 7 ਦਿਨ, ਪੂਰੇ ਹਫਤਾ। ਫਿਰ ਇੱਕ ਟਾਈਮ ਐਸਾ ਆਏਗਾ, ਔਰ ਕਰਨਾ ਕਿਸ ਤਰ੍ਹਾਂ, ਲਵ ਐਨਰਜੀ ਨੂੰ ਬੁਲਾ ਕੇ, ਕਿ ਜਦੋਂ ਅਸੀਂ ਸਾਇਲੈਂਟ ਹੋ ਜਾਣਾ ਹੈ, ਹਾਇਰ ਸੈਲਫ ਨੂੰ ਇਨਵਾਈਟ ਕਰ ਲੈਣਾ ਔਰ ਹਾਰਟ ਦੇ ਉੱਤੇ ਸ਼ਿਫਟ ਹੋਣ ਤੋਂ ਬਾਅਦ ਲਵ ਨੂੰ, ਉਸ ਪਿਆਰ ਨੂੰ, ਉਸ ਪ੍ਰਕਾਸ਼ ਨੂੰ ਆਪਣੇ ਹਿਰਦੇ ਦੇ ਵਿੱਚ ਸਥਾਪਿਤ ਕਰਨ ਤੋਂ ਬਾਅਦ, ਉਹਨੂੰ ਫੀਲ ਕਰਨ ਤੋਂ ਬਾਅਦ ਅਸੀਂ ਮੂਵਮੈਂਟ ਦੀ ਡਿਮਾਂਡ ਕਰਨੀ ਹੈ ਸਿਗਨਲ ਦੀ। ਥੋੜੇ ਟਾਈਮ ਤੋਂ ਬਾਅਦ ਦੇਖਾਂਗੇ ਕਿ ਅਸੀਂ ਆਪਣੇ ਇਸ ਸਿਗਨਲ ਦੇ ਨਾਲ ਯੂਜ਼ਡ ਟੂ ਹੋ ਗਏ ਹਾਂ, ਸਾਨੂੰ ਪਤਾ ਚੱਲ ਗਿਆ ਕਿ ਹੁਣ ਮੇਰੀ ਬਾਡੀ ਚੋਂ ਸਿਗਨਲ ਮਿਲਣਾ ਸ਼ੁਰੂ ਹੋ ਗਿਆ ਕਿ ਮੈਂ ਹੁਣ ਟੱਚ ਦੇ ਵਿੱਚ ਹੈਗੀ ਹਾਂ ਹਾਇਰ ਸੈਲਫ ਦੇ। ਔਰ ਜਲਦੀ ਬੜਾ ਕੰਫਰਟੇਬਲ ਹੋ ਜਾਏਗਾ। ਸਾਨੂੰ ਸ਼ੁਰੂ ਚ ਟਾਈਮ ਲੱਗੇਗਾ, ਲੇਕਿਨ ਬਾਅਦ ਦੇ ਵਿੱਚ ਇਹ ਬਹੁਤ ਰੈਗੂਲਰ ਸ਼ੁਰੂ ਹੋ ਜਾਏਗਾ। ਅਗਰ ਮੇਰੀ ਪੁੱਛੋ ਤਾਂ ਮੈਨੂੰ ਯਾਦ ਹੈ ਜਦੋਂ ਮੈਂ ਪਾਠ ਵੀ ਕਰਦੀ ਹੁੰਦੀ ਸੀ, ਤਾਂ ਮੈਨੂੰ ਪਾਠ ਕਰਨ ਦੇ ਵਿੱਚ ਦੇਰੀ ਤਾਂ ਲੱਗ ਜਾਂਦੀ ਸੀ। ਸਭ ਲੋਕ ਬੋਲਦੇ ਸੀ ਇਤਨੀ ਦੇਰ ਪਾਠ ਕਿਉਂ ਕਰਦੇ, ਕਿਉਂਕਿ ਪਾਠ ਤਾਂ ਇੱਕ ਰੂਟੀਨ ਹੈ, ਇੰਨੇ ਚੋਂ ਪਾਠ ਖਤਮ ਹੋ ਜਾਂਦਾ ਔਰ ਉਸ ਤੋਂ ਬਾਅਦ ਸਾਨੂੰ ਬਾਹਰ ਆ ਜਾਣਾ ਚਾਹੀਦਾ ਹੈ। ਲੇਕਿਨ ਮੈਂ ਉਸ ਸਿਗਨਲ ਦੀ ਵੇਟ ਕਰਦੇ ਹੁੰਦੀ ਸੀ ਕਿ ਮੇਰੀ ਬਾਡੀ ਦੇ ਅੰਦਰ ਉਹ ਸੈਂਸੇਸ਼ਨ ਦੇ ਤੌਰ ਦੇ ਉੱਤੇ ਉਹ ਚੀਜ਼ ਆ ਰਹੀ ਹੁੰਦੀ ਸੀ। ਔਰ ਜਦ ਤੱਕ ਉਹ ਸੈਂਸੇਸ਼ਨ ਨਹੀਂ ਸੀ ਆਂਦੀ, ਮੈਂ ਆਪਣਾ ਟਾਈਮ ਉੱਥੇ ਦਿੰਦੀ ਰਹਿੰਦੀ ਸੀ, ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਇਹ ਜਿਹੜਾ ਵੀ ਪਾਠ ਹੋ ਰਿਹਾ ਹੈ ਸੁਪਰਫਿਸ਼ਲ ਹੋ ਰਿਹਾ, ਇਹਦੇ ਚ ਮੇਰਾ ਮਨ ਜਾਂ ਮੇਰੀ ਹਾਇਰ ਸੈਲਫ ਤਾਂ ਖੈਰ ਉਦੋਂ ਮੈਨੂੰ ਪਤਾ ਨਹੀਂ ਸੀ, ਲੇਕਿਨ ਇੰਨਾ ਪਤਾ ਸੀਗਾ ਕਿ ਵੀ ਇਹਦਾ ਕੋਈ ਰਿਜ਼ਲਟ ਨਹੀਂ ਆ ਰਿਹਾ ਹੈ। ਜਾਂ ਜਿਸ ਤਰ੍ਹਾਂ ਕੱਲ ਕਿਸੇ ਨੇ ਸ਼ੇਅਰ ਕੀਤਾ ਸੀਗਾ ਕਿ ਜਿਸ ਤਰ੍ਹਾਂ ਅਸੀਂ ਉਹ ਕਰ ਰਹੇ ਸੀ ਨਾ, ਮੈਡੀਟੇਟ ਕਰ ਰਹੇ ਸੀ, ਤੇ ਉਹ ਕਹਿ ਰਹੇ ਸੀ ਕਿ ਕੁਝ ਚੀਜ਼ ਅਸੀਂ ਪਰਸੀਵ ਕਰ ਰਹੇ ਹਾਂ, ਕੋਈ ਚੀਜ਼ ਸਾਨੂੰ ਮਿਲ ਰਹੀ ਹੁੰਦੀ ਹੈ। ਤਾਂ ਸੇਮ ਇਹ ਚੀਜ਼ ਜਦੋਂ ਸਾਨੂੰ ਸਿਗਨਲ ਲੈਣ ਦੀ ਆਦਤ ਪੈ ਜਾਏਗੀ ਤਾਂ ਕੁਝ ਸ਼ੁਰੂ ਚ ਜ਼ਿਆਦਾ ਸਮੇਂ ਲੱਗੇਗਾ, ਲੇਕਿਨ ਬਾਅਦ ਦੇ ਵਿੱਚ ਕੁਇਕਲੀ ਸਾਨੂੰ ਹੈਬਿਟ ਹੋ ਜਾਏਗੀ, ਤਾਂ ਬੜੀ ਜਲਦੀ ਸਾਨੂੰ ਹੋ ਜਾਏਗਾ। ਇਹ ਬਿਲਕੁਲ ਕਲੀਅਰ ਹੋ ਗਿਆ। ਹੁਣ ਜਦੋਂ ਇਸ ਹਫਤੇ ਅਸੀਂ ਆਪਣੇ ਬੈੱਡ ਦੇ ਉੱਤੇ ਜਾਵਾਂਗੇ ਸੌਣ ਵਾਸਤੇ, ਤੇ ਸਾਡੀ ਪ੍ਰੈਕਟਿਸ ਕੀ ਹੈ ਕਿ ਉਹ ਜਿਹੜੀਆਂ 6 ਪੰਕਤੀਆਂ ਨੇ ਵਰਬਲੀ ਅਸੀਂ ਬੋਲਾਂਗੇ, ਤਾਂ ਕਿ ਮੇਰੇ ਅਨਵਾਂਟਡ ਗੈਸਟ ਜਿਹੜੇ ਮੇਰੀ ਔਰਾ ਦੇ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਮੈਂ ਰਿਲੀਜ਼ ਕਰ ਸਕਾਂ, ਆਪਣੇ ਤੋਂ ਬਾਹਰ ਭੇਜ ਸਕਾਂ। ਉਸ ਤੋਂ ਬਾਅਦ ਅਸੀਂ ਇਹ ਜਿਹੜਾ ਹੈਗਾ, ਜਿਹੜਾ ਸਾਡੇ ਕੁਆਲਿਟੀ ਨੇ ਪਰਮਾਤਮਾ ਦੀਆਂ, ਉਹਦੇ ਨਾਲ ਅਸੀਂ ਆਪਣੇ ਆਪ ਨੂੰ ਜੋੜਨਾ ਹੈ। ਰੈਂਡਮਲੀ ਜਿਹੜੀ ਵੀ ਕੁਆਲਿਟੀ ਸਾਡੇ ਸਾਹਮਣੇ ਆ ਜਾਏਗੀ, ਪਰਮਾਤਮਾ ਦੇ ਬਹੁਤ ਸਾਰੇ ਗੁਣ ਨੇ, ਔਰ ਉਹਨਾਂ ਗੁਣਾਂ ਦੇ ਵਿੱਚੋਂ ਜਿਹੜਾ ਵੀ ਗੁਣ ਆਉਂਦਾ ਹੈ, ਉਹਨਾਂ ਗੁਣ ਦੇ ਉੱਤੇ ਅਸੀਂ ਆਪਣੇ ਹਾਰਟ ਦੇ ਵਿੱਚ ਜਾ ਕੇ ਉਸ ਗੁਣ ਨੂੰ ਫੀਲ ਕਰਨਾ ਹੈ। ਔਰ ਨਾਲ ਹੀ ਕੀ ਫੀਲ ਕਰਨਾ ਹੈ ਕਿ ਇਹ ਗੁਣ ਪਰਮਾਤਮਾ ਦਾ ਹੀ ਕੇਵਲ ਨਹੀਂ ਹੈ, ਇਹ ਗੁਣ ਮੇਰੇ ਅੰਦਰ ਵੀ ਹੈ। ਇਹ ਸਾਰੀ ਕੁਆਲਿਟੀ ਜਿਹੜੀ ਮੈਨੂੰ ਹੁਣ ਪਰਮਾਤਮਾ ਦੀ ਯਾਦ ਆ ਰਹੀ ਹੈ, ਇਹ ਮੇਰੇ ਅੰਦਰ ਵੀ ਹੈ। ਔਰ ਜਾਂ ਫਿਰ ਗॉड इज लाइट, गॉड इज लव, परमात्मा प्यार है
तो मैं भी प्यार हाँ, तो मैं उस प्यार की फीलिंग ਦੇ ਵਿੱਚ ਰਹਾਂ, ਸਭ ਤੋਂ ਈਜ਼ੀ। ਔਰ ਇਹ ਅਸੀਂ ਫੀਲ ਕਰਕੇ ਬੈੱਡ ਦੇ ਉੱਤੇ ਜਾਣਾ ਹੈ। ਇਹ ਤਾਂ ਹੋ ਗਿਆ 2-3 ਦਿਨਾਂ ਦੀ ਗੱਲ। ਬਾਕੀ ਜਦੋਂ ਬਾਕੀ ਦੇ ਜਿਹੜੇ 2-3 ਦਿਨ ਹੋਣਗੇ, ਉਸ ਤੋਂ ਬਾਅਦ ਅਸੀਂ ਕੀ ਕਰਨ ਵਾਲੇ ਹਾਂ, ਇਹ ਤਾਂ ਮੇਰੀ ਪ੍ਰੈਕਟਿਸ ਚਾਲੂ ਹੀ ਰਹੇਗੀ, ਜਿਹੜੀ ਅਸੀਂ ਕਰਨੀ ਹੈ 10 ਮਿੰਟਸ ਡੇਲੀ ਵਾਲੀ। ਲੇਕਿਨ ਰਾਤੀ ਜਦੋਂ ਅਸੀਂ ਸੋਵਾਂਗੇ ਤੇ ਬਾਕੀ ਦੀ ਰਾਤ ਦੇ ਵਿੱਚ ਅਸੀਂ ਕੀ ਕਰਨ ਵਾਲੇ ਹਾਂ ਕਿ ਅਸੀਂ ਆਪਣੇ ਹਾਇਰ ਸੈਲਫ ਨੂੰ ਬੁਲਾਵਾਂਗੇ, ਉਹਨੂੰ ਲਵ ਭੇਜਾਂਗੇ, ਪਿਆਰ ਭੇਜਾਂਗੇ, ਉਹਨੂੰ ਥੈਂਕਸ ਕਰਾਂਗੇ ਕਿ ਵੀ ਤੂੰ ਸਾਡੇ ਲਈ ਕਿੰਨਾ ਅੱਛਾ ਕੰਮ ਕਰ ਰਿਹਾ। ਕਿਉਂਕਿ ਅੱਜ ਤੱਕ ਉਹਨੂੰ ਅਸੀਂ ਥੈਂਕਸ ਨਹੀਂ ਬੋਲਿਆ ਨਾ ਕਦੀ ਵੀ। ਉਹ ਵਿਚਾਰੇ ਕੋਲੋਂ ਕੰਮ ਤੋਂ ਕਰੀ ਜਾ ਰਿਹਾ ਸੀ, ਸਾਡੇ ਅਸੀਂ ਅਵੇਅਰ ਨਹੀਂ ਸੀ ਤਦ ਵੀ ਉਹ ਕੰਮ ਕਰ ਰਿਹਾ ਸੀ, ਲੇਕਿਨ ਹੁਣ ਅਸੀਂ ਅਵੇਅਰਨੈਸ ਨਾਲ ਆਪਣਾ ਫਰੈਂਡ ਬਣਾ ਰਹੇ ਹਾਂ, ਆਪਣਾ ਦੋਸਤ ਬਣਾ ਰਹੇ ਹਾਂ, ਆਪਣਾ ਮਿੱਤਰ ਬਣਾ ਰਹੇ ਹਾਂ, ਔਰ ਐਜ਼ ਅ ਗਾਈਡ ਅਸੀਂ ਉਹਨੂੰ ਯੂਜ਼ ਕਰ ਰਹੇ ਹਾਂ ਤੇ ਅਸੀਂ ਉਹਨੂੰ ਥੈਂਕਸ ਬੋਲਣ ਵਾਲੇ ਹਾਂ, ਔਰ ਉਸਨੂੰ ਆਪਣਾ ਪਿਆਰ ਦੀ એનર્ਜੀ ਉਸਨੂੰ ਵੀ ਭੇਜਣ ਵਾਲੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਪਿਆਰ ਅਸੀਂ ਸੋਰਸ ਆ ਨਾ ਪਿਆਰ ਦੇ, ਉਸ ਪਿਆਰ ਨੂੰ ਅਸੀਂ ਟ੍ਰਾਂਸਮਿਟ ਕਰਨਾ ਹੈ ਬਾਹਰ। ਜਿਸ ਤਰ੍ਹਾਂ ਅਸੀਂ ਬੋਲਿਆ, ਕਿਸੇ ਨੂੰ ਵੀ, ਜਿਹੜੇ ਵੀ ਸਾਨੂੰ ਆਪਣੀ ਨੀਅਰ ਡੀਅਰ, ਆਪਣੀ ਫੈਮਿਲੀ ਦੇ ਮੈਂਬਰਸ ਜਾਂ ਜੋ ਕੁਝ ਵੀ ਜਿਹਦੇ ਲਈ ਵੀ ਸਾਡਾ ਧਿਆਨ ਜਾਂਦਾ ਹੈ, ਉਸਨੂੰ ਅਸੀਂ ਇਹ ਪਿਆਰ ਭੇਜਣ ਵਾਲੇ ਹਾਂ। ਹੁਣ ਸਾਰਾ ਦਿਨ ਅਸੀਂ ਕੀ ਕਰਨਾ ਹੈ, ਇਹ ਸਾਡੇ ਹੁਣ ਐਕਸ਼ਨ ਪਲਾਨ ਦੀ ਗੱਲ ਚੱਲ ਰਹੀ ਹੈ। ਦਿਨ ਭਰ ਦੇ ਵਿੱਚ ਜਦੋਂ ਵੀ ਸਾਨੂੰ ਯਾਦ ਆਏਗਾ, ਕਿਉਂਕਿ ਦਿਨ ਭਰ ਦੇ ਵਿੱਚ ਇਹ ਤਾਂ ਥਾਟ ਹੀ ਹੈ ਨਾ, ਤੇ ਅਸੀਂ ਇਸ ਥਾਟ ਨੂੰ ਕੀ ਕਰਨਾ ਹੈ, ਲਵ એનર્ਜੀ ਨੂੰ ਆਪਣੇ ਅੰਦਰ ਫੀਲ ਕਰਨਾ ਹੈ। ਔਰ ਜਦੋਂ ਵੀ ਸਾਨੂੰ ਧਿਆਨ ਆਏ, ਇਸ ਲਵ ਨੂੰ, ਇਸ ਪਿਆਰ ਨੂੰ ਅਸੀਂ ਬਾਹਰ ਸੈਂਡ ਕਰਨਾ ਹੈ, ਜਿਸ ਨੂੰ ਵੀ ਅਸੀਂ ਭੇਜ ਸਕਦੇ ਹਾਂ। ਲਿਵਿੰਗ ਔਰ ਨਾਨ ਲਿਵਿੰਗ ਥਿੰਗਸ ਨੂੰ ਅਸੀਂ ਭੇਜ ਸਕਦੇ ਹਾਂ। ਯਾਦ ਰੱਖੋ, ਇਹ ਗਿਵ ਐਂਡ ਟੇਕ ਦੀ ਜਿਹੜੀ ਇੱਕ ਲਾਅ ਹੈ, ਜਿੰਨਾ ਜ਼ਿਆਦਾ ਅਸੀਂ ਦੇਵਾਂਗੇ ਉਤਨਾ ਹੀ ਜ਼ਿਆਦਾ ਸਾਨੂੰ ਮਿਲਣ ਵਾਲਾ ਹੈ। ਜਿੰਨਾ ਜ਼ਿਆਦਾ ਮੈਂ ਪਿਆਰ ਦੇਈ ਜਾਵਾਂਗੀ ਆਪਣੇ ਥਾਟ ਦੇ ਨਾਲ, ਉਤਨਾ ਹੀ ਜ਼ਿਆਦਾ ਪਿਆਰ ਅਸੀਂ ਦੇਖਾਂਗੇ ਅਚਾਨਕ ਸਾਨੂੰ ਕਿਸੇ ਅਨਐਕਸਪੈਕਟਿਡ ਤਰੀਕੇ ਦੇ ਨਾਲ ਇਹ ਪਿਆਰ ਸਾਨੂੰ ਮਿਲਣਾ ਸ਼ੁਰੂ ਹੋ ਜਾਏਗਾ, ਔਰ ਇੱਕ ਬਹੁਤ ਖੂਬਸੂਰਤ ਜੀ ਫੀਲਿੰਗ ਹੋਏਗੀ। ਹੁਣ ਇੱਥੇ ਤਾਂ ਚੈਪਟਰ ਦੀ, ਬੁੱਕ ਦੀ ਜਿਹੜੀ ਗੱਲ ਹੈ, ਇਹ ਤਾਂ ਇੱਥੇ ਖਤਮ ਹੋ ਜਾਂਦੀ ਹੈ। ਅਸੀਂ ਹੁਣ ਗੁਰਬਾਣੀ ਦੀ ਤਰਫ ਜਾਂਦੇ ਹਾਂ, ਕਿਉਂਕਿ ਅਸੀਂ ਇਸ ਚੈਪਟਰ ਨੂੰ, ਅਸੀਂ ਇਸ ਬੁੱਕ ਨੂੰ ਗੁਰਬਾਣੀ ਦੇ ਐਂਗਲ ਤੋਂ ਵੀ ਦੇਖ ਰਹੇ ਹਾਂ ਕਿ ਗੁਰਬਾਣੀ ਦੇ ਵਿੱਚ, ਜਿਸ ਤਰ੍ਹਾਂ ਮੈਂ ਕੱਲ ਕਿਹਾ ਸੀਗਾ ਕਿ ਸਾਨੂੰ ਗੁਰਬਾਣੀ ਦੇ ਵਿੱਚ ਬਾਬਾ ਜੀ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਆਪਣੇ ਜਿਹੜਾ ਮਨਮੁਖ ਵਾਲਾ ਹਿੱਸਾ, ਇਹ ਅਸੀਂ ਕੱਲ ਡਿਸਕਸ ਕਰ ਲਿਆ ਸੀ, ਸ਼ੇਅਰ ਕਰ ਲਿਆ ਸੀਗਾ ਕਿ ਮਨਮੁਖ ਮੇਰੇ ਹੀ ਅੰਦਰ ਦਾ ਇੱਕ ਪਾਰਟ ਹੈ, ਗੁਰਮੁਖ ਵੀ ਮੇਰੇ ਹੀ ਅੰਦਰ ਦਾ ਪਾਰਟ ਹੈ। ਆਫ ਕੋਰਸ ਇੱਕ ਗੁਰਮੁਖ ਔਰ ਮਨਮੁਖ ਬਾਹਰ ਵੀ ਨੇ, ਸਾਨੂੰ ਬਾਹਰ ਦੀ ਦੁਨੀਆ 'ਚ ਦਿਖਾਈ ਦੇ ਰਹੇ ਨੇ, ਲੇਕਿਨ ਇੱਕ ਗੁਰਮੁਖ ਔਰ ਮਨਮੁਖ ਮੇਰੇ ਹੀ ਬੋਡੀ ਦੇ ਪਾਰਟ ਨੇ, ਜਿਨ੍ਹਾਂ ਦੇ ਨਾਲ ਮੈਂ ਡੀਲ ਕਰਨਾ ਹੈ। ਔਰ ਸਾਨੂੰ ਤਾਂ ਗੁਰਬਾਣੀ ਦੇ ਵਿੱਚ ਕਿਤੇ ਵੀ ਮਨਮੁਖ ਦੇ ਨਾਲ ਡੀਲ ਕਰਨ ਨੂੰ ਨਹੀਂ ਕਿਹਾ। ਅਗਰ ਡੀਲ ਕਰਨ ਦੀ ਗੱਲ ਆ ਰਹੀ ਹੈ ਤੇ ਸਾਨੂੰ ਸਿਰਫ ਇਤਨਾ ਹੀ ਕਿਹਾ ਗਿਆ ਹੈ ਕਿ ਅਸੀਂ ਕੀ ਕਰਨਾ ਹੈ, ਨਿਤਨੇਮ ਕਰਨਾ ਹੈ, ਗੁਰਦੁਆਰੇ ਜਾ ਕੇ ਆਸਾ ਦੀ ਬਾਤ ਸੁਣਨੀ ਹੈ, ਕੀਰਤਨ ਸੁਣਨਾ ਹੈ, ਮੱਥਾ ਟੇਕਣਾ ਹੈ, ਔਰ ਘਰ ਆ ਕੇ ਸਵਾਸ ਸਵਾਸ ਨਾਮ ਜਪਣਾ ਹੈ। ਇਹੀ ਕਿਹਾ ਗਿਆ। ਕਲੀਅਰ ਹੈ ਨਾ ਸਾਨੂੰ? ਇਸ ਤੋਂ ਇਲਾਵਾ ਕੋਈ ਹੈ ਜਿਸ ਨੂੰ ਲੱਗਦਾ ਕਿ ਸਾਨੂੰ ਕੋਈ ਹੋਰ ਮੈਸੇਜ ਦਿੱਤਾ ਗਿਆ ਹੋਏ? ਯੈਸ ਪੋਪੀ, ਕੋਈ ਹੈ ਮੈਸੇਜ? No. हाँ यस, कोई भी मैसेज सानू, जितों तक मेरा ख्याल है, जितनी मेरी नॉलेज है, क्योंकि यह ख्याल सिर्फ मेरे ने, मैं दावा नहीं कर रही हूँ, मैं जो कुछ बोल रही हूँ वो मेरा एक्सपीरियंस है, मेरे एंगल तो मैं अपनी चीज़ों को शेयर कर रही हूँ, क्योंकि मैनू कितों भी यह चीज़ दिखाई नहीं देती। और यह पंक्तियां हुण सानू 6 आ गई हैं, ते की गल, यह पंक्तियां झूठ ने कि मेरी गुरबानी दे विच सानू गुरु साहब ने ठीक गाइड नहीं किया? सवाल उठ सकता है ना। ते सच्चाई अगर यह है कि सानू गुरु साहब ने सिमरन करन नू क्या, पाठ करन नू क्या, लेकिन अगर असी पाठ नू सही तरीके दे नाल, जेड़े साडे सिग्नल ने हायर सेल्फ दे नाल जुड़ के असी अगर इस पाठ करांगे, जेड़े सिग्नल सानू रिसीव करन नू क्या, ते बाबा जी ने क्या है ना कि गुरु मेरे संग सदा है नाले, परमात्मा मेरे नाल हमेशा है। ते यह चीज मैं पंक्ति पढ़ तो लई, गा भी लई, सुना भी दिती, बड़ी अच्छी पंक्ति है जी, और मैं अच्छा फील भी कर लिया टेंपरेरी, क्योंकि गुरु मेरे संग सदा है नाले जो मैं पंक्ति गाई मैं फील भी कर लिया। लेकिन उस तो बाद की, जो मैं सिग्नल दे नाल ट्यून्ड हो गई, ਜਿਹੜੇ सिग्नल अज ਅਸੀਂ ਹੁਣ रिसीव कर रहे हैं हायर सोल ਦੇ ਨਾਲ, हायर सेल्फ ਦੇ ਨਾਲ ਮਿਲ ਕੇ, ਤੇ ਇਹ ਮੈਨੂੰ ਪਤਾ ਚੱਲ ਜਾਏਗਾ ਕਿ ਇਹ ਉਹ ਚੀਜ਼ ਹੈ ਜਿਹਦੇ ਨਾਲ ਮੈਂ ਆਪਣੇ हायर सेल्फ ਦੇ ਨਾਲ ट्यून्ड हो रही ਹਾਂ, और जो भी ਮੈਨੂੰ मैसेज आ रहे ने मेरे हायर सेल्फ तो आ रहे ने, लोअर सेल्फ तो नहीं आ रहे, मैं कनेक्टेड अपने हायर सेल्फ तो। तो जो मैं पाठ भी करांगी तो मैं उस हायर सेल्फ के नाल कनेक्टेड होकर ही पाठ करांगी,
ਇਹ ਨਹੀਂ ਕਿ ਰਸਨਾ ਪਾਠ ਕਰ ਰਹੀ ਹੈ ਔਰ ਮਨ ਕਿਤੇ ਹੋਰ ਦੌੜ ਰਿਹਾ। ਅਗਰ ਰਸਨਾ ਦੇ ਨਾਲ ਮੇਰਾ ਮਨ ਵੀ ਜੁੜ ਕੇ ਪਾਠ ਕਰੇਗਾ ਤੇ ਮੇਰੀ ਅਵਸਥਾ ਕੀ ਹੋ ਜਾਏਗੀ, ਕਬੀਰ ਜੀ ਵਾਲੀ। ਜਦੋਂ ਕਬੀਰ ਜੀ ਨੇ ਉਸੇ ਬਾਣੀ ਨੂੰ ਸਿਮਰ ਸਿਮਰ ਕੇ, ਕਿਉਂਕਿ ਉਹਨਾਂ ਨੇ ਇਹ ਸਾਰੀਆਂ ਪ੍ਰੈਕਟਿਸ ਨਹੀਂ ਕੀਤੀਆਂ ਜਿਹੜੀਆਂ ਸਾਨੂੰ ਇਸ ਬੁੱਕ ਦੇ ਵਿੱਚ ਕਹੀਆਂ ਜਾ ਰਹੀਆਂ ਨੇ, ਲੇਕਿਨ ਉਹਨਾਂ ਨੇ ਕੀ ਕੀਤਾ ਸੀ, ਆਪਣੀ ਬਾਣੀ ਦੇ ਨਾਲ ਮਨ ਨੂੰ ਵੀ ਜੋੜ ਦਿੱਤਾ ਸੀ, ਆਪਣੀ ਆਤਮਾ ਨੂੰ ਵੀ ਜੋੜ ਕੇ, ਯਾਨੀ ਇੱਕ ਮਨ ਇੱਕ ਚਿੱਤ ਹੋ ਕੇ ਉਹਨਾਂ ਨੇ ਪਾਠ ਕੀਤਾ। ਤੇ ਫਿਰ ਉਹ ਇਹ ਗੱਲ ਕਹਿ ਪਾਏ ਆਪਣੀ ਹੀ ਬਾਣੀ ਦੇ ਵਿੱਚ, बुरा जो देखन मैं चला बुरा न मिलिया कोई, जा मन खोजा आपना तो मुंह से बुरा ना कोई। ਇਹ ਗੱਲ ਉਹ ਕਿਉਂ ਕਹਿ ਪਾਏ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਬੈਠੇ ਹੋਏ ਉਸ ਲੋਅਰ ਸੈਲਫ ਨੂੰ ਵੀ ਫੀਲ ਕਰ ਲਿਆ। ਔਰ ਜਦ ਲੋਅਰ ਸੈਲਫ ਦੀ ਉਹਨਾਂ ਨੇ ਖੋਜਬੀਨ ਕੀਤੀ ਕਿ ਲੋਅਰ ਸੈਲਫ ਆਇਆ ਕਿਤੋਂ, ਯਾਨੀ ਜਿਹੜੀ ਮੇਰੇ ਅੰਦਰ ਨੈਗੇਟਿਵ ਫੀਲਿੰਗ ਤਿਆਰ ਹੋ ਰਹੀ ਹੈ, ਕੋਈ ਬੁਰਾ ਇਨਸਾਨ ਮੈਨੂੰ ਦਿਖਾਈ ਦੇ ਰਿਹਾ, ਕਿਉਂਕਿ ਕਬੀਰ ਜੀ ਦੇ ਨਾਲ ਵੀ ਬੁਰਾ ਤਾਂ ਬਹੁਤ ਕੁਝ ਹੋਇਆ ਸੀ। ਇਹ ਤਾਂ ਨਹੀਂ ਅਸੀਂ ਕਹਿ ਸਕਦੇ ਕਿ ਬੁਰਾ ਨਹੀਂ ਸੀ ਹੋਇਆ, ਉਹਨਾਂ ਦੇ ਨਾਲ ਵੀ ਬਹੁਤ ਬੁਰੀਆਂ ਚੀਜ਼ਾਂ ਉਹਨਾਂ ਦੇ ਨਾਲ ਵੀ ਵਾਪਰੀਆਂ। ਲੋਕੀ ਨੈਗੇਟਿਵ ਸੀਨ ਕ੍ਰੀਏਟ ਕਰਨ ਵਾਲੇ ਉਹਨਾਂ ਦੀ ਲਾਈਫ 'ਚ ਵੀ ਬਹੁਤ ਸਾਰੇ ਸੀਗੇ, ਲੇਕਿਨ ਉਹਨਾਂ ਨੇ ਉਹਨਾਂ ਦੇ ਉੱਤੇ ਗੱਲ ਨਹੀਂ ਕੀਤੀ। ਉਹ ਆਪਣੇ ਹਾਇਰ ਸੈਲਫ ਦੇ ਨਾਲ ਹੀ ਜੁੜੇ ਰਹੇ, ਅਕਾਲ ਪੁਰਖ ਦੇ ਨਾਲ ਜੋੜ ਕੇ ਉਹਨਾਂ ਨੇ ਉਸ ਨੈਗੇਟਿਵ ਜਿਹੜੀ ਸਾਡਾ ਲੋਅਰ ਸੈਲਫ ਕਹਿ ਲਓ ਜਾਂ ਨੈਗੇਟਿਵ એનર્ਜੀ ਸੀ, ਉਹਨੂੰ ਟ੍ਰੀਟ ਕਿਸ ਤਰ੍ਹਾਂ ਕੀਤਾ, ਇਹਨਾਂ 6 ਪੰਕਤੀਆਂ ਦੇ ਨਾਲ। ਔਰ 6 ਪੰਕਤੀਆਂ ਦੇ ਵਿੱਚ ਧਿਆਨ ਨਾਲ ਦੇਖਿਆ ਜਾਓ ਤਾਂ ਕੀ ਹੈ ਕਿ ਮੈਂ ਵੀ ਪਿਆਰ ਹਾਂ, ਤੂੰ ਵੀ ਪਿਆਰ ਹੈ। ਇਸ ਪਿਆਰ ਨੂੰ, ਇਸ ਪ੍ਰਕਾਸ਼ ਨੂੰ ਅਸੀਂ ਉਹਨਾਂ ਜਿਹੜੀ ਸਾਡੇ ਅਨਵਾਂਟਡ ਗੈਸਟ ਨੇ ਉਹਨਾਂ ਨੂੰ ਅਸੀਂ ਭੇਜ ਰਹੇ ਹਾਂ। ਅਨਵਾਂਟਡ ਫੀਲਿੰਗਸ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ, ਨੈਗੇਟਿਵ ਫੀਲਿੰਗਸ, ਅਨਵਾਂਟਡ ਗੈਸਟ ਜਿਹੜੇ ਸਾਡੇ ਔਰਾ 'ਚ ਆ ਗਏ, ਅਸੀਂ ਉਹਨਾਂ ਨੂੰ ਭੇਜ ਰਹੇ ਹਾਂ। ਔਰ ਇਹੀ ਕਹਿ ਰਹੇ ਹਾਂ ਕਿ ਤੁਹਾਨੂੰ ਹੁਣ ਡਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਬਿਲਕੁਲ ਹੀਲ ਹੋ ਚੁੱਕੇ ਹੋ। ਔਰ ਆਪਣੇ ਹਾਇਰ ਸੈਲਫ ਨੂੰ ਬੁਲਾਣਾ ਕਿ ਤੂੰ ਉਹਦੀ ਉਂਗਲੀ ਪਕੜ ਕੇ ਇਹਨਾਂ ਦੇ ਸੁਰੱਖਿਅਤ ਜਗ੍ਹਾ ਦੇ ਉੱਤੇ ਛੋੜ ਕੇ ਆ, ਔਰ ਅਸੀਂ ਉਹਨਾਂ ਨੂੰ ਸੁਰੱਖਿਅਤ ਜਾਂਦੇ ਹੋਏ ਦੇਖ ਰਹੇ ਹਾਂ। ਇਹੀ ਅਸੀਂ ਕੱਲ ਸਮਝਿਆ ਸੀ। ਤੇ ਜਾਣੇ ਅਣਜਾਣੇ ਜਦੋਂ ਗੁਰੂ ਕਬੀਰ ਜੀ ਨੇ ਇਹ ਚੀਜ਼ ਮਹਿਸੂਸ ਕੀਤੀ ਤੇ ਉਹ ਇਹ ਚੀਜ਼ ਪ੍ਰੈਕਟੀਕਲੀ ਕਰ ਪਾਏ, ਕਿਉਂਕਿ ਉਹ ਬਾਣੀ ਦੇ ਨਾਲ ਗਹਿਰਾਈ ਦੇ ਵਿੱਚ ਜੁੜੇ ਹੋਏ ਸੀ। ਇੱਕ ਹੋਰ ਸ਼ਬਦ ਲੈ ਲਈਏ ਕਿ ਤੁਸੀਂ ਕਹੋਗੇ ਕਿ ਇਹ ਕਬੀਰ ਜੀ ਦਾ ਸ਼ਬਦ ਹੈ, गुरु तेग बहादुर जी का शब्द, जो नर दुख में दुख नहीं माने, सुख सने और पै नहीं जाके, कंचन माटी जाने, पूरा शब्द। या एक और शब्द है काहे रे बन खोजन जाई, कोई भी शब्द जिन्हां दे विच असीं अगर जाके देखांगे कि उन्होंने अगर पहला वाला ही ले लईए जो नर दुख में दुख नहीं माने, यानी वो एक ऐसी अवस्था का जिक्र कर रहे ने जिहदे विच दुख दी फीलिंग है ही नहीं। एक ऐसी अवस्था है जिथे एक इंसान सम है, दुख और सुख बराबर महसूस कर पाता है, एक ऐसी जगह दे उत्ते पहुंच गया है। लेकिन असी पाठ करते करते ऐसी जगह दे उत्ते पहुंचते नहीं है ना, असी तो सिर्फ वर्बली, क्योंकि मैनू इन्ना पाठ करना है, इन्ने जाप करने ने, और कड़ी दे हिसाब साडा ध्यान कड़ी दी टिक टिक दे उत्ते हुंदा है। जिस तरह ही कड़ी दी टिक टिक समाप्त होई, साडा पाठ हो जाना चाहिए, गल खत्म, फिनिश, असी रोल तो बाहर आ गए। इस तरीके दे नाल पाठ नहीं हुंदा, क्योंकि ਇਹ ਸਾਰੀਆਂ ਚੀਜ਼ਾਂ ਸਾਡੇ ਗੁਰੂ ਸਾਹਿਬ ਨੇ ਵੀ ਫੀਲ ਕੀਤੀਆਂ ਹੋਣਗੀਆਂ, ਤਦ ਉਹ ਪੰਕਤੀਆਂ ਉਹਨਾਂ ਦੇ ਅੰਦਰੋਂ ਆਈਆਂ, ਕਿਉਂਕਿ ਉਸ ਅਵਸਥਾ ਦੇ ਉੱਤੇ ਜਾ ਕੇ ਆਪਣੇ ਅੰਦਰ ਜੋ ਨੈਗੇਟਿਵ ਚੀਜ਼ਾਂ ਸੀ ਉਹਨਾਂ ਨੂੰ ਇਹ ਲਾਈਟ, ਇਹ ਪਿਆਰ, ਇਹ ਹੀਲਿੰਗ, ਇਹ એનર્ਜੀ ਉਹਨਾਂ ਨੂੰ ਦੇ ਪਾਏ। ਹੁਣ ਹੀ ਕਲਾਸ ਸ਼ੁਰੂ ਹੋਣ ਤੋਂ ਪਹਿਲੇ, ਸੈਸ਼ਨ ਸ਼ੁਰੂ ਹੋਣ ਤੋਂ ਪਹਿਲੇ ਮੈਂ ਕੀਰਤਨ ਸੁਣ ਰਹੀ ਸੀ, ਲਾਈਵ ਕੀਰਤਨ ਆ ਰਿਹਾ ਸੀ, ਦੇ ਵਿੱਚ ਉਹਨਾਂ ਨੇ ਰੀਠਾ ਸਾਹਿਬ ਦੀ ਗੱਲ ਕੀਤੀ ਕਿ ਮਰਦਾਨੇ ਦੇ ਨਾਲ ਉਹ ਰੀਠਾ ਸਾਹਿਬ ਦੇ ਵਿੱਚ ਮਤਲਬ ਜਦੋਂ ਗਏ ਸੀਗੇ ਉੱਥੇ ਰੀਠਾ ਸਾਹਿਬ ਜਿੱਥੇ ਅੱਜ ਗੁਰਦੁਆਰਾ ਹੈ, ਮਰਦਾਨੇ ਨੂੰ ਉਹਨਾਂ ਨੇ ਕਿਹਾ ਕਿ ਭੁੱਖ ਲੱਗੀ, ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਭੁੱਖ ਲੱਗੀ ਹੈ ਬਾਬਾ ਜੀ, ਕੁਝ ਖਾਣ ਨੂੰ ਚਾਹੀਦਾ। ਤੇ ਬਾਬਾ ਜੀ ਨੇ ਕਿਹਾ ਕਿ ਉੱਤੋਂ ਫਲ ਉਤਾਰ ਕੇ ਖਾ ਲੈ। ਮਰਦਾਨਾ ਬਹੁਤ ਖੁਸ਼ ਹੋ ਗਿਆ ਕਿ ਬਈ ਚਲੋ ਫਰੂਟ ਮੈਨੂੰ ਆਗਿਆ ਮਿਲ ਗਈ ਹੈ ਖਾਣ ਦੀ। ਲੇਕਿਨ ਜਦੋਂ ਉਹਨੇ ਕਹਿੰਦੇ ਨੇ ਕਿ ਉੱਪਰ ਦੇਖਿਆ ਤੇ ਉੱਪਰ ਤੋਂ ਰੀਠੇ ਦਾ ਪੇੜ ਸੀ, ਤਾਂ ਉਹ ਘਬਰਾ ਗਿਆ ਕਿ ਰੀਠੇ ਤਾਂ ਕੌੜੇ ਹੁੰਦੇ ਨੇ ਬਾਬਾ ਜੀ, ਤੇ ਇਹ ਮੈਂ ਰੀਠੇ ਕਿਸ ਤਰ੍ਹਾਂ ਖਾ ਸਕਣਾ। ਤੇ ਜਿਹੜੇ ਕੀਰਤਨ ਕਰ ਰਹੇ ਸੀ ਉਹਨਾਂ ਨੇ ਪੇੜ ਨੂੰ ਇੱਕ ਸਿੰਬਲ ਬਣਾ ਕੇ ਕਿ ਪੇੜ ਬੋਲਦਾ ਪਿਆ ਕਿ ਵੀ ਕਿਉਂਕਿ ਰੀਠੇ ਦਾ ਪੇੜ ਬੋਲ ਰਿਹਾ, ਕਿਉਂਕਿ ਮੈਂ ਕੌੜਾ ਸੀ, ਮੇਰੀਆਂ ਪੁਸ਼ਤਾਂ ਤੱਕ ਕੜਕੜਤਨ ਚੱਲਣੀ ਸੀ, ਇੱਥੇ ਖਤਮ ਨਹੀਂ ਸੀ ਹੋਣੀ, ਪੁਸ਼ਤਾਂ ਤੱਕ ਕੜਕੜਤਨ ਚੱਲਣੀ ਸੀ। ਲੇਕਿਨ ਕਿਉਂਕਿ ਗੁਰੂ ਨਾਨਕ ਦੇਵ ਜੀ ਉਹ ਪਿਆਰ ਦਾ ਸੋਮਾ ਮੇਰੇ ਨੀਚੇ ਆ ਕੇ ਬੈਠ ਗਿਆ, ਔਰ ਉਹ ਕੀਰਤਨ ਕਰ ਰਹੇ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਹਰ ਟਾਈਮ ਕੀਰਤਨ ਚ ਹੀ ਕਰਦੇ ਸੀ, ਬਾਣੀ ਪੜ੍ਹਦੇ ਪਏ ਸੀ, ਬਾਣੀ ਦੇ ਨਾਲ ਲੀਨ ਹੋ ਗਏ। ਉਹ ਪਿਆਰ ਦੀ એનર્ਜੀ, ਉਹ ਲਵ ਦੀ એનર્ਜੀ ਜਦੋਂ ਉਹਨਾਂ ਨੇ ਰੀਠੇ ਨੂੰ ਭੇਜੀ, ਕਹਿੰਦੇ ਉਹਨਾਂ ਜਦੋਂ ਉਹਨੇ ਮੈਨੂੰ ਰੀਠੇ ਨੂੰ ਭੇਜੀ, ਆਪਣੀ ਖੁਮਾਰੀ ਭੇਜੀ, ਪਿਆਰ ਦਾ ਇਤਨਾ ਮੈਨੂੰ ਪਿਆਰ ਦਾ ਰਸ ਭੇਜ ਦਿੱਤਾ ਕਿ ਉਸ ਪਿਆਰ ਦੇ ਰਸ ਦੇ ਵਿੱਚ ਮੈਂ ਮਿੱਠਾ ਹੋ ਗਿਆ।
ਔਰ ਜਿਹੜੀ ਕੜੱਤਨ ਮੇਰੀ ਸਦੀਆਂ ਪਰ ਚੱਲਣੀ ਸੀਗੀ ਉਹ ਕੜੱਤਨ ਮੇਰੀ ਜੜ ਤੋਂ ਹੀ ਸਮਾਪਤ ਹੋ ਗਈ। ਅੱਜ ਵੀ ਉੱਥੇ ਕੌੜੇ ਰੀਠੇ ਦੀ ਰੀਠੇ ਕੌੜੇ ਨੇ, ਲੇਕਿਨ ਪਰਟੀਕੂਲਰ ਉਸ ਏਰੀਆ ਦੇ ਰੀਠੇ ਜਿਹੜੇ ਨੇ ਉਹ ਮਿੱਠੇ ਨੇ। ਯਾਨੀ ਜਦੋਂ ਬਾਬਾ ਜੀ ਬਾਣੀ ਪੜ੍ਹ ਰਹੇ ਸੀ ਉਹ ਉਸ ਅਕਾਲ ਪੁਰਖ ਦੇ ਨਾਲ, ਉਸ ਆਪਣੇ ਹਾਇਰ ਸੈਲਫ ਦੇ ਨਾਲ, ਉਸ ਅਕਾਲ ਪੁਰਖ ਦੇ ਨਾਲ ਇੱਕ ਹੋ ਕੇ ਜੁੜ ਕੇ ਪੜ੍ਹ ਰਹੇ ਸੀ। ਇਸ ਲਈ ਗੁਰਬਾਣੀ ਦਾ ਅਸਰ ਉਹ ਫੀਲ ਕਰ ਰਹੇ ਸੀ ਔਰ ਸਾਡੇ ਸਾਹਮਣੇ ਦਿਖ ਰਿਹਾ ਸੀ। ਲੇਕਿਨ ਅਗਰ ਅਸੀਂ ਅੱਜ ਆਪਣੀ ਲਾਈਫ ਦੇ ਵਿੱਚ ਦੇਖੀਏ, ਸਾਡੀ ਲਾਈਫ ਦੇ ਵਿੱਚ ਤਾਂ ਕੌੜੇ ਰੀਠੇ ਜਗ੍ਹਾ ਜਗ੍ਹਾ ਦੇ ਉੱਤੇ ਨੇ। ਹਰ ਰਿਲੇਸ਼ਨ ਦੇ ਵਿੱਚ ਕੜੱਤਨ ਹੈ। ਸਾਨੂੰ ਹਰ ਇਨਸਾਨ ਬੁਰਾ ਦਿਖਾਈ ਦੇ ਰਿਹਾ ਹੈ, ਜਦਕਿ ਉਹ ਤਾਂ ਕਹਿੰਦੇ ਨੇ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ। ਤੇ ਇਹ ਅਸੀਂ ਇਹ ਨਾ ਸਮਝੀਏ ਕਿ ਜੋ ਸਾਨੂੰ ਪੰਕਤੀਆਂ ਮਿਲੀਆਂ ਨੇ ਇਹ ਗੁਰਬਾਣੀ ਤੋਂ ਅਗੇਂਸਟ ਨੇ, ਕਿਉਂਕਿ ਅਸੀਂ ਗੁਰਬਾਣੀ ਨੂੰ ਸਿਰਫ ਪੜ੍ਹਨ ਦੇ ਤਰੀਕੇ ਨਾਲ ਪੜ੍ਹ ਗਏ। ਅਸੀਂ ਹੁਣ ਬਣਨਾ ਹੈ ਸਪਿਰਿਚੁਅਲ ਸਾਇੰਟਿਸਟ। ਸਾਇੰਟਿਸਟ ਕੌਣ ਹੁੰਦਾ ਹੈ? ਜਿਹੜਾ ਕਿ ਹਰ ਚੀਜ਼ ਦੀ ਖੋਜਬੀਨ ਕਰਦਾ ਹੈ। ਔਰ ਸਾਨੂੰ ਤਾਂ ਬਾਬਾ ਜੀ ਨੇ ਪੰਕਤੀ ਦਿੱਤੀ ਵੀ ਹੈ ਨਾ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੇਲੇ। ਸ਼ਬਦ ਦੇ ਵਿੱਚ ਖੋਜ ਕਰਨੀ ਹੈ। ਹੁਣ ਕਿਹੜੇ ਸ਼ਬਦ ਦੇ ਵਿੱਚ ਖੋਜ ਕਰਨੀ ਹੈ? ਜਿਹੜੇ ਸ਼ਬਦ ਅਸੀਂ ਪੜ੍ਹਦੇ ਪਏ ਹਾਂ। ਪੜ੍ਹਦੇ ਕੀ ਪਏ ਹਾਂ? ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤਿ ਸਦਾ ਸੰਭਾਲੇ, ਜਾਂ ਤੂੰ ਮੇਰਾ ਰਾਖਾ ਸਭਨੀ ਥਾਈ। ਜਦੋਂ ਅਸੀਂ ਇਹੋ ਜਿਹੇ ਸ਼ਬਦ ਪੜ੍ਹ ਰਹੇ ਹਾਂ ਤੇ ਖਾਲੀ ਰਸਨਾ ਨਾਲ ਨਹੀਂ ਪੜ੍ਹਨੇ, ਇਹਨਾਂ ਨੂੰ ਅਸੀਂ ਫੀਲ ਕਰਨਾ ਹੈ, ਇਹਨਾਂ ਦੇ ਡੀਪ ਅੰਦਰ ਚਲੇ ਜਾਣਾ ਹੈ। ਔਰ ਜਦੋਂ ਅਸੀਂ ਡੀਪ ਅੰਦਰ ਜਾਵਾਂਗੇ ਤੇ ਸਿਵਾਏ ਪਿਆਰ ਦੇ ਕੁਝ ਮਿਲੇਗਾ ਹੀ ਨਹੀਂ, ਕਿਉਂਕਿ ਜਿਹੜਾ ਵੀ ਚੀਜ਼ ਕ੍ਰੀਏਟ ਹੋਈ ਹੈ ਉਸ ਲਵ એનર્ਜੀ ਤੋਂ ਹੀ ਕ੍ਰੀਏਟ ਹੋਈ ਹੈ। ਜਿਹੜਾ ਮੈਨੂੰ ਦੁਸ਼ਮਣ ਵੀ ਦਿਖਾਈ ਦੇ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ, ਇਸ ਪਿੱਛੇ ਦਿਖਾਈ ਦੇ ਰਿਹਾ ਹੈ ਕਿਉਂਕਿ ਮੈਂ ਆਪਣੇ ਲੋਅਰ ਸੈਲਫ ਦੇ ਨਾਲ ਅੰਗੇਜ ਹੋ ਗਈ ਹਾਂ, ਉਹਦੇ ਨਾਲ ਜਾਣੇ ਅਣਜਾਣੇ ਟੱਚ ਹੋ ਗਈ ਹਾਂ। ਇਸ ਪਿੱਛੇ ਮੈਨੂੰ ਦਿਖ ਰਿਹਾ ਹੈ। ਲੇਕਿਨ ਅਗਰ ਮੈਂ ਲੋਅਰ ਸੈਲਫ ਨੂੰ ਸਮਝ ਕੇ ਉਸ ਲੋਅਰ ਸੈਲਫ ਨੂੰ ਵੀ ਉਹਦੀ ਖੋਜਬੀਨ ਕਰਾਂਗੀ ਵੀ ਤੂੰ ਕਿੱਥੋਂ ਆਇਆ ਹੈ, ਤੂੰ ਹੈ ਕੌਣ, ਮੇਰੇ ਘਰ ਆ ਕਿੱਥੋਂ ਗਿਆ। ਔਰ ਜਦੋਂ ਮੈਂ ਇਹ ਖੋਜਬੀਨ ਕਰਾਂਗੀ ਤਾਂ ਮੈਨੂੰ ਪਤਾ ਕੀ ਚੱਲੇਗਾ, ਅਰੇ ਇਹ ਤਾਂ ਉਸੇ ਪਿਆਰ ਦਾ, ਉਸੇ ਪ੍ਰਕਾਸ਼ ਦਾ, ਉਹਨਾਂ ਹੀ ਗੁਣਾਂ ਦਾ ਹਿੱਸਾ ਹੈ ਜਿਨ੍ਹਾਂ ਗੁਣਾਂ ਦੇ ਨਾਲ ਮੈਂ ਬਣੀ ਹੋਈ ਹਾਂ। ਜਿਨ੍ਹਾਂ ਗੁਣਾਂ ਦੇ ਨਾਲ ਪਰਮਾਤਮਾ ਨੇ ਮੈਨੂੰ ਕ੍ਰੀਏਟ ਕੀਤਾ ਹੈ, ਉਹਨਾਂ ਗੁਣਾਂ ਦੇ ਨਾਲ ਇਸ ਨੈਗੇਟਿਵ એનર્ਜੀ ਨੂੰ ਵੀ ਕ੍ਰੀਏਟ ਕੀਤਾ ਹੈ। ਵੱਖਰੀ ਗੱਲ ਹੈ ਕਿ ਅੱਜ ਉਹ ਜ਼ਖਮ ਉੱਪਰ ਆ ਗਿਆ। ਜਦੋਂ ਅਸੀਂ ਜ਼ਖਮ ਹੁੰਦਾ ਸਾਡੀ ਬੋਡੀ ਦੇ ਉੱਤੇ, ਤੇ ਜ਼ਖਮ ਦੇ ਉੱਤੇ ਜਗਰ ਹੋ ਗਿਆ ਹੈ ਤੇ ਜ਼ਖਮ ਦਿਖਾਈ ਦਿੰਦਾ, ਸਾਨੂੰ ਸਕਿਨ ਥੱਲੇ ਦਿਖਾਈ ਨਹੀਂ ਦਿੰਦੀ। ਜਦੋਂ ਧੀਰੇ ਧੀਰੇ ਅਸੀਂ ਜ਼ਖਮ ਹੀਲ ਹੋਣਾ ਸ਼ੁਰੂ, ਦਵਾਈਆਂ ਲਗਾਉਂਦੇ ਹਾਂ, ਮਰਹਮ ਲਗਾਉਂਦੇ ਹਾਂ, ਉਹ ਜ਼ਖਮ ਹੀਲ ਹੋ ਜਾਂਦਾ ਹੈ। ਤੇ ਹੀਲ ਹੋਣ ਤੋਂ ਬਾਅਦ ਫਿਰ ਇੱਕ ਸੁੱਕੀ ਜਿਹੀ ਪਪੜੀ ਔਰ ਥੋੜੀ ਨਿਕਲਦੀ ਹੈ। ਉਸ ਤੋਂ ਬਾਅਦ ਸਾਡੀ ਜਿਹੜੀ ਨੈਚੁਰਲ ਸਕਿਨ ਹੈ ਉਹ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਤਾਂ ਠੀਕ ਜਦੋਂ ਸਾਡੀ ਨੈਗੇਟਿਵ ਜਿਹੜੇ ਰੋਲ ਜਾਂ ਨੈਗੇਟਿਵ ਫੀਲਿੰਗ ਮੇਰੀ ਬੋਡੀ ਦੇ ਅੰਦਰ ਆ ਰਹੀ ਹੈ, ਜਦੋਂ ਉਹਨੂੰ ਅਸੀਂ ਇਹ 6 ਪੰਕਤੀਆਂ ਬੋਲ ਕੇ ਉਹਨੂੰ ਲਵ એનર્ਜੀ ਭੇਜਾਂਗੇ, ਪਿਆਰ ਦੀ એનર્ਜੀ ਭੇਜਾਂਗੇ, ਤਾਂ ਆਟੋਮੈਟਿਕਲੀ ਅਸੀਂ ਉਸ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ ਜਿੱਥੇ ਅਸੀਂ ਵੀ ਕਬੀਰ ਜੀ ਵਾਂਗੂ ਇਹ ਕਹਿ ਸਕਾਂਗੇ, ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ, ਜਾ ਮਨ ਖੋਜਾ ਆਪਣਾ ਮੂੰਹ ਸੋ ਬੁਰਾ ਨਾ ਕੋਈ। ਜਾਂ ਇਹ ਪੰਕਤੀਆਂ ਵੀ ਅਸੀਂ ਕਹਿ ਸਕਾਂਗੇ ਸਾਡੇ ਮੂੰਹ ਚੋਂ ਸਬਬ ਬਸ ਆਪਣੇ ਆਪ ਨਿਕਲਣ ਵਾਲੀਆਂ ਨੇ। जो नर दुख में दुख नहीं माने, सुख स्नेह और पै नहीं जाके, कंचन माटी माने, नह निंदा नह उस्तत जाके। ये पूरा बड़ा शब्द है। या दूसरी कोई भी इसी शब्द ले लिए, हर शब्द, हर एक शब्द, जेड़ा भी शब्द मैं गुरबानी दे विच पढ़दी हां, जिन्हों गुरमुख और मनमुख नूं लैके हर एक शब्द घूम फिर के प्यार दे उत्ते ही जाके एंडिंग हो जाती है ओदी। समझा रहे ने क्योंकि गुरबानी की है सवाल और जवाब ने। सवाल जवाब करते करते जो असीं एंड दे उत्ते आने आ, एंड दे उत्ते प्यार दे उत्ते जाके गल मुकदी है। ते ऐसे प्यार दी गल असीं इस कोर्स दे राहीं सिख रहे हां। आई होप सानू हुण जो कल जो असीं मैसेज मिलिया सी वो साडे लई क्लीयर हो चुका होएगा। जस्ट प्लीज गिव मी द हिंट, अगर क्लीयर हो चुका है तो ओके क्लीयर ओके। ते असीं हुण ध्यान दी तरफ जा सकते हैं। सानू अपना एक्शन प्लान भी इस हफ्ते का मिल गया। ऑडियो जड़ी है आज राती कर लीती जाएगी और सवेरे मेरी कोशिश होएगी, मैं सवेर नहीं तो शाम तक तुहानू मिल जाएगी ऑडियो। ओके। और मंत्रिप्त भी एक एज एक्शन प्लान होमवर्क मंत्रिप्त 2 दिन कर रहे हो कि एक की डिसाइड किया बेटा? मैम डेली सिर्फ हाफ एन आवर मेडिटेशन होएगा कि हर रोज 4:30 ओदे च सारी डिटेल्स में पा दांगी। नहीं मतलब हर वीक करने वाले हो कि 2 दिन? No, every day, so just for half an hour session, ma'am.
प्रैक्टिस ओके सेशन मंत्र भी ਸਾਡੇ ओके मंत्र ਤੇ ਪ੍ਰੈਕਟਿਸ ਸੈਸ਼ਨ ਵੀ ਰੱਖਣ ਵਾਲੀ ਹੈ ਫਾਰਵਰਡ ਕਰ ਦਾਂਗੀ ਤੁਸੀਂ ਫਿਰ ਅੱਗੇ ਫਾਰਵਰਡ ਕਰ ਦੇਣਾ ओके ਉਹ ਸਾਨੂੰ ਡਿਟੇਲਸ ਮਿਲ ਜਾਣਗੀਆਂ ਜਿਹੜਾ ਸਾਡਾ ਹੁਣ ਐਕਸ਼ਨ ਪਲਾਨ ਹੈ ਇਹ ਸਾਨੂੰ ਰੋਜ਼ ਪ੍ਰੈਕਟਿਸ ਕਰਾਏਗੀ ਮੰਤਰ 4 to 4:30 तो ਇਹ ਵੀ ਸਾਡੇ ਲਈ ਇੱਕ ਬੈਸਟ ਪਾਰਟ ਹੈ ਕਿ ਸਾਡੇ ਲਈ ਕਿਸੇ ਨੇ ਇੰਨੀ ਉਪਰਾਲਾ ਕੀਤਾ ਹੈ ਕਿ ਸਾਨੂੰ ਕਿਉਂਕਿ ਅਸੀਂ ਇਕੱਲੇ ਬੈਠ ਕੇ ਆਪਣਾ ਐਕਸ਼ਨ ਇਹ ਹੋਮਵਰਕ ਜਿਹੜਾ ਸਾਨੂੰ ਮਿਲਿਆ ਨਹੀਂ ਕਰ ਪਾਈਏ ਕਿਉਂਕਿ ਇੰਨੇ ਸਾਲ ਦੇ ਤੋਂ 64 ਦੇ ਕਰੀਬ ਤੋਂ ਮੈਂ ਹੋ ਰਹੀ ਹਾਂ ਔਰ ਆਪਣਾ ਹੋਮਵਰਕ ਬਰਾਬਰ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਸਾਨੂੰ ਬਾਣੀ ਪੜ੍ਹਨੀ ਸਿਖਾਈ ਸੀ ਅਸੀਂ ਉਸ ਤਰੀਕੇ ਨਾਲ ਬਾਣੀ ਗਲਤ ਨਹੀਂ ਹੈ ਬਾਣੀ ਬਿਲਕੁਲ ਠੀਕ ਹੈ ਬਾਣੀ ਤ੍ਰਿਕਾਲ ਸੱਚ ਹੈ ਲੇਕਿਨ ਬਾਣੀ ਨੂੰ ਅਸੀਂ ਲੈ ਨਹੀਂ ਪਾਏ ਅਸੀਂ ਆਪਣੇ ਅੰਦਰ ਉਤਾਰ ਨਹੀਂ ਪਾਏ ਜਿਸ ਤਰੀਕੇ ਨਾਲ ਸਾਨੂੰ ਉਤਾਰਨੀ ਚਾਹੀਦੀ ਸੀ ਤਾਂ ਸਾਨੂੰ ਇਹ ਪ੍ਰੈਕਟਿਸ ਸੈਸ਼ਨ ਵੀ ਮਿਲ ਰਿਹਾ ਅਸੀਂ ਉਹਦੇ ਚ ਵੀ ਸ਼ਾਮਿਲ ਹੋਵਾਂਗੇ ਔਰ ਤਾਂ ਕਿ ਬਾਣੀ ਸਾਡੇ ਅੰਦਰ ਰਚ ਮਿਸ ਜਾਏ ਅਸੀਂ ਕਹਿ ਸਕੀਏ ਲਾਲੀ ਮੇਰੇ ਲਾਲ ਕੀ ਜਿਤ ਦੇਖੂੰ ਤਿਤ ਲਾਲ ਲਾਲੀ ਦੇਖਣ ਮੈਂ ਗਈ ਮੈਂ ਵੀ ਹੋ ਗਈ ਲਾਲ ਇਹਨਾਂ ਸ਼ਬਦਾਂ ਦੇ ਨਾਲ ਲੌਗਇਨ ਕਰਕੇ लॉग आउट करके लॉगिन करना मंत्र कि सिंपल ध्यान से शिफ्ट हो जाइए यस मैम बट उस तो पहले मुझे सिर्फ कंफर्म करना है कि हाफ एन आवर ਦੇ ਸੈਸ਼ਨ ਲਈ ਸਭ ਰੈਡੀ ਹੈਗੇ ਨੇ ਜਸਟ ਫॉर ਹਾਫ ਐਨ ਆवर ਸੈਸ਼ਨ ਹਾਫ ਐਨ ਆवर ਸੈਸ਼ਨ ਲਈ ਤੁਸੀਂ ਲੋਕ ਰੈਡੀ ਹੋ just 4 to 4:30 pm ਹਾਂਜੀ श्योर okay thank you okay तो फिर डन मंत्र okay we will do that okay yes yes ਤੇ ਹੁਣ ਅਸੀਂ ਲੌਗ ਆਊਟ ਕਰਨੇ ਆ ਥੋੜੇ ਟਾਈਮ ਬਾਅਦ ਫਿਰ ਲੌਗਇਨ ਕਰਾਂਗੇ ਉਸੇ ਟਾਈਮ ਐਸੇ ਉਹਦੇ ਉੱਤੇ ਔਰ ਨੈਕਸਟ ਜੋ ਆਏਗਾ ਅਸੀਂ ਉਹਦੇ ਨਾਲ ਕੰਟੈਕਟ ਬਣਾ ਕੇ ਰੱਖਾਂਗੇ ਤਾਂ ਕਿ ਅਸੀਂ ਜਿਹੜਾ ਦੂਸਰਾ ਪਾਸਵਰਡ ਹੈ MP ਵਾਲਾ ਉਹਦੇ ਤੇ ਅਸੀਂ ਆਵਾਂਗੇ ਓਕੇ